ਸਤਿ ਸ਼੍ਰੀ ਅਕਾਲ ਜੀ। ਪੇਪਰ 1 ਸੈਕਸ਼ਨ ਬੀ ਦਾ ਅੱਜ ਅਸੀਂ ਅਖੀਰਲਾ ਟੌਪਿਕ ਜਿਹੜਾ ਕਰਨ ਚੱਲੇ ਇਹਦੇ ਨਾਲ ਸਾਡਾ ਪੇਪਰ 1 ਹੈ ਉਹਦੇ ਤੇ ਜਿਹੜੀ ਅਸੀਂ ਇੱਕ ਚਰਚਾ ਸ਼ੁਰੂ ਕੀਤੀ ਸੀ ਉਹ ਖਤਮ ਹੋ ਜਾਏਗੀ। ਅਖੀਰਲਾ ਜਿਹੜਾ ਟੌਪਿਕ ਹੈ ਸਾਡਾ ਬਹੁਤ ਇੰਪੋਰਟੈਂਟ ਟੌਪਿਕ ਹੈ ਔਰ ਇਹ ਸਾਡੇ ਸਾਹਿਤ ਨੂੰ ਅਗਲੇ ਪੜਾਅ ਤੇ ਲੈ ਕੇ ਜਾਂਦਾ ਹੈ। ਉਹ ਹੈ ਸਾਡਾ ਟੌਪਿਕ ਸਾਹਿਤਕ ਆਲੋਚਨਾ। ਅਸੀਂ ਪਹਿਲੇ ਪੇਪਰ ਦੇ ਸਿਲੇਬਸ ਨੂੰ ਵੀ 3 ਪੜਾਵਾਂ ਦੇ ਵਿੱਚ ਵੰਡਦੇ ਹਾਂ। ਪਹਿਲਾ ਪੜਾਅ ਜਿੱਥੇ ਅਸੀਂ ਪੰਜਾਬੀ ਭਾਸ਼ਾ ਦੇ ਸੰਬੰਧ ਵਿੱਚ ਸਿੱਖਦੇ ਹਾਂ, ਜਿਹਦੇ ਤੇ ਅਸੀਂ ਸੈਕਸ਼ਨ ਏ ਦੇ ਵਿੱਚ ਗੱਲ ਕਰਕੇ ਆ ਚੁੱਕੇ ਹਾਂ। ਪਹਿਲਾਂ ਅਸੀਂ ਪੰਜਾਬੀ ਭਾਸ਼ਾ ਦੇ ਨਾਲ ਜਾਣੂ ਹੁੰਦੇ ਹਾਂ, ਫਿਰ ਉਸ ਤੋਂ ਬਾਅਦ ਸਾਹਿਤ ਤੇ ਫਿਰ ਸਾਹਿਤਕ ਆਲੋਚਨਾ। ਆਲੋਚਨਾ ਜਿਹੜਾ ਸ਼ਬਦ ਹੈ ਉਹ ਆਇਆ ਲੋਚਨ ਤੋਂ। ਲੋਚਨ ਮਤਲਬ ਵੇਖਣਾ। ਵੇਖਣ ਤੋਂ ਮਤਲਬ ਕੀ ਆ? ਬੜੀ ਨੀਝ ਨਾਲ ਵੇਖਣਾ। ਇਹਨੂੰ ਸਮਝਦੇ ਹਾਂ ਅਸੀਂ ਸ਼ਬਦ ਨੂੰ। ਜਿਵੇਂ ਛੋਟੀ ਜਿਹੀ ਆਪਾਂ ਉਦਾਹਰਨ ਲੈਂਦੇ ਹਾਂ। ਤੁਸੀਂ ਇੱਕ ਮੋਬਾਈਲ ਖਰੀਦਣਾ ਹੈ। ਤੁਸੀਂ ਆਪਣੀਆਂ ਜਿਹੜੀਆਂ ਲੋੜਾਂ ਨੇ ਮੋਬਾਈਲ ਦੀਆਂ ਉਹ ਤੁਸੀਂ ਇੱਕ ਉਹਦੀ ਲਿਸਟ ਬਣਾ ਲਈ ਕਿ ਤੁਹਾਨੂੰ ਕਿੰਨੇ GB RAM ਚਾਹੀਦੀ ਹੈ, ਕਿੰਨੀ ਇੰਟਰਨਲ ਮੈਮਰੀ ਚਾਹੀਦੀ ਹੈ ਉਹਦੀ, ਕਿੰਨੇ ਸਿਮ ਵਾਲਾ ਚਾਹੀਦਾ, ਕਿੰਨੇ ਕੈਮਰੇ ਹੋਣੇ ਚਾਹੀਦੇ ਆ, ਕਿੰਨੇ ਪਿਕਸਲ ਦਾ ਰੀਅਰ ਕੈਮਰਾ, ਕਿੰਨੇ ਪਿਕਸਲ ਦਾ ਫਰੰਟ ਕੈਮਰਾ, ਕਿਹੋ ਜਿਹਾ ਉਹਦਾ ਸਾਈਜ਼ ਚਾਹੀਦਾ ਹੈ, ਕਿੰਨਾ ਬਜਟ। ਇਹ ਸਾਰੀਆਂ ਸਪੈਸੀਫਿਕੇਸ਼ਨਸ ਨੇ ਜਿਹੜੀਆਂ ਅਸੀਂ ਆਪਣੇ ਮਾਈਂਡ ਦੇ ਵਿੱਚ ਸਪਸ਼ਟ ਕਰ ਲੈਂਦੇ ਹਾਂ ਜਾਂ ਅਸੀਂ ਪੇਪਰ ਤੇ ਨੋਟ ਕਰ ਲੈਂਦੇ ਹਾਂ। ਉਸ ਤੋਂ ਬਾਅਦ ਅਸੀਂ ਜਾਂਦੇ ਹਾਂ ਸ਼ਾਪਿੰਗ ਦੇ ਲਈ। ਸਪੋਜ਼ ਅਸੀਂ ਆਫਲਾਈਨ ਮਾਰਕੀਟ ਜਾਂ ਸ਼ਾਪਿੰਗ ਦੇ ਲਈ ਗਏ, ਅਸੀਂ ਕਿਸੇ ਮਾਰਕੀਟ ਦੇ ਵਿੱਚ ਗਏ। ਉੱਥੇ ਸਾਨੂੰ ਦੁਕਾਨਦਾਰ ਬੜੇ ਸਾਰੇ ਮੋਬਾਈਲ ਦਿਖਾਉਂਦਾ ਹੈ। ਅਸੀਂ ਸ਼ੁਰੂ 'ਚ ਹੀ ਦੇਖਦੇ ਹਾਂ, ਅਸੀਂ ਪੁੱਛਦੇ ਹਾਂ ਦਾ ਕੈਮਰਾ ਕਿੰਨਾ, ਉਹ ਕਹਿੰਦੇ ਜੀ ਇੰਨੇ ਪਿਕਸਲ ਦਾ ਕੈਮਰਾ, 4 ਪਿਕਸਲ ਦਾ, ਸਾਨੂੰ ਚਾਹੀਦਾ 8 ਪਿਕਸਲ ਦਾ। ਉਹ ਅਸੀਂ ਪਰੇ ਕਰ ਦਿੰਦੇ ਹਾਂ, ਅਸੀਂ ਉਹਦੇ ਬਾਰੇ ਜ਼ਿਆਦਾ ਸੋਚਦੇ ਵੀ ਨਹੀਂ। ਸਾਡੇ ਕੋਲੇ ਹੋਰ ਮੋਬਾਈਲ ਉਹ ਦਿਖਾਉਂਦਾ ਸਾਨੂੰ, ਅਸੀਂ ਉਹਦੇ ਬਾਰੇ ਦੇਖਦੇ ਹਾਂ ਰੇਟ ਕਿੰਨਾ, ਰੇਟ ਸਾਡੇ ਬਜਟ 'ਚ ਨਹੀਂ ਆਉਂਦਾ, ਅਸੀਂ ਉਹਨੂੰ ਪਰੇ ਕਰ ਦਿੰਦੇ ਹਾਂ। ਅਸੀਂ ਹੋਰ ਦੇਖਦੇ ਹਾਂ ਮੈਮਰੀ ਕਿੰਨੀ ਹੈ ਜੀ, ਮੈਮਰੀ ਘੱਟ ਹੈ, ਅਸੀਂ ਉਹਨੂੰ ਪਰੇ ਕਰਤਾ। ਕੋਈ ਉਹਨੇ ਫੋਨ ਦਿਖਾਇਆ ਜਿਹਦੀਆਂ ਸਪੈਸੀਫਿਕੇਸ਼ਨ ਸਾਡੇ ਨਾਲ ਮਿਲਦੀਆਂ ਨੇ, ਫਿਰ ਅਸੀਂ ਉਹਨੂੰ ਧਿਆਨ ਨਾਲ ਵੇਖਦੇ ਹਾਂ ਕਿ ਠੀਕ ਹੈ ਇਹਦੀ ਜਿਹੜੀ ਮੈਮਰੀ ਹੈ ਥੋੜੀ ਜਿਹੀ ਘੱਟ ਹੈਗੀ ਹੈ, ਜਾਂ ਮੈਨੂੰ ਇਹ 8 GB RAM ਦਾ ਚਾਹੀਦਾ ਸੀ, ਇਹ 4 GB ਦਾ ਜਾਂ 16 GB RAM ਦਾ ਹੈ। ਮੈਨੂੰ ਇਹਦੇ 'ਚ 2 ਕੈਮਰੇ ਚਾਹੀਦੇ ਸੀ, ਇਹਦੇ ਵਿੱਚ 1 ਕੈਮਰਾ ਹੈ। ਮੈਂ ਉਹਨੂੰ ਨੀਚ ਨਾਲ ਵੇਖਦਾ, ਫਿਰ ਮੈਂ ਉਹਦੇ ਬਜਟ ਨੂੰ ਵੇਖਦਾ, ਮੈਂ ਉਹਨੂੰ ਬੜੇ ਗਹਿਨਤਾ ਦੇ ਨਾਲ ਵੇਖਦਾ, ਮੈਂ ਇਹਦਾ ਅਧਿਐਨ ਕਰਦਾ। ਫਿਰ ਮੈਂ ਇਹ ਵੀ ਅਧਿਐਨ ਕਰਦਾ ਕਿ ਮੈਨੂੰ ਇਹ ਆਫਲਾਈਨ ਕਿੰਨੇ ਦਾ ਮਿਲ ਰਿਹਾ, ਮੈਨੂੰ ਆਨਲਾਈਨ ਕਿੰਨੇ ਦਾ ਮਿਲ ਰਿਹਾ, ਇਹਦੀ ਸਾਰ ਰੇਟਿੰਗ ਕਿੰਨੀ ਹੈਗੀ ਹੈ। ਉਹ ਸਾਰੇ ਫੀਚਰਸ ਮੈਂ ਇਹਦੇ ਫਿਰ ਧਿਆਨ ਨਾਲ ਵੇਖਦਾ। ਉਹ ਜਦੋਂ ਅਸੀਂ ਉਸ ਚੀਜ਼ ਨੂੰ ਬੜੇ ਧਿਆਨ ਨਾਲ ਵੇਖਦੇ ਹਾਂ, ਇਹਨੂੰ ਕਹਿੰਦੇ ਅਸੀਂ ਲੋਚਨਾ, ਗਹਿਰਾਈ ਦੇ ਨਾਲ ਵੇਖਣਾ। ਅੰਗਰੇਜ਼ੀ 'ਚ ਅਸੀਂ ਕਹੀਏ ਤਾਂ ਐਨਾਲਿਸਿਸ ਕਰਨਾ। ਭਾਵ ਕੀ ਹੈ ਕਿ ਅਸੀਂ ਉੱਥੇ ਫਿਰ ਉਸ ਮੋਬਾਈਲ ਦੇ ਗੁਣ ਔਗਣ ਵੇਖਦੇ ਹਾਂ ਕਿ ਠੀਕ ਹੈ ਇਹਦੇ 'ਚ ਆਹ ਫੀਚਰਸ ਤਾਂ ਚੰਗੇ ਨੇ, ਆਹ ਮਾੜੇ ਨੇ, ਆਹ ਤਾਂ ਠੀਕ ਹੈ ਗੁਣ ਨੇ, ਆਹ ਥੋੜ੍ਹੀਆਂ ਜਿਹੀਆਂ ਕਮੀਆਂ ਨੇ। ਇਸ ਤਰੀਕੇ ਨਾਲ ਹੀ ਕਰਦੇ ਹਾਂ ਅਸੀਂ। ਉਸੇ ਤਰੀਕੇ ਦੇ ਨਾਲ ਸਾਹਿਤ ਦੇ ਵਿੱਚ ਕੀਤਾ ਜਾਂਦਾ ਹੈ। ਸਾਹਿਤ ਦੇ ਵਿੱਚ ਅਸੀਂ ਕੀ ਦੇਖਦੇ ਹਾਂ? ਆਲੋਚਨਾ ਸ਼ਬਦ ਤੁਸੀਂ ਆਮ ਤੌਰ ਤੇ ਲੈ ਲੈਂਦੇ ਨੁਕਤਾਚੀਨੀ, ਨਿੰਦਾ। ਆਮ ਤੌਰ ਤੇ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸੁਣਦੇ ਹਾਂ, ਪਰ ਆਲੋਚਨਾ ਦਾ ਮਤਲਬ ਨੁਕਤਾਚੀਨੀ ਨਹੀਂ ਹੁੰਦਾ ਕਦੇ ਵੀ। ਆਲੋਚਨਾ ਦਾ ਮਤਲਬ ਹੈ ਉਹਦੇ 'ਚ ਗੁਣ ਕੀ ਨੇ, ਵਿਸ਼ੇਸ਼ਤਾਵਾਂ ਕੀ ਨੇ, ਖਾਮੀਆਂ ਕੀ ਨੇ। ਤਾਂ ਜਿਹੜਾ ਅਸੀਂ ਹੁਣ ਤੱਕ ਸਾਹਿਤ ਪੜ੍ਹ ਕੇ ਆਏ ਹਾਂ, ਉਹਦੇ ਸੰਬੰਧ ਵਿੱਚ ਅਗਲਾ ਪੜਾਅ ਹੈ ਕਿ ਸਾਹਿਤ ਦੀ ਆਲੋਚਨਾ ਕਿਵੇਂ ਕਰਨੀ ਹੈ, ਸਾਹਿਤ ਨੂੰ ਵੇਖਣਾ ਪਰਖਣਾ ਕਿਵੇਂ ਹੈ। ਇੱਥੇ ਆ ਕੇ ਅਸੀਂ ਉਹਦੇ ਬਾਰੇ ਪੜ੍ਹਦੇ ਹਾਂ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵਿਗਿਆਨ ਹੈ। ਜਿਹੜੀ ਇਹ ਆਲੋਚਨਾ ਸਾਡੇ ਕੋਲੇ ਜਦੋਂ ਤੋਂ ਸਾਹਿਤ ਪੈਦਾ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਚੱਲੀ ਆਉਂਦੀ ਹੈ। ਵਾਰਿਸ ਦੀ ਹੀਰ ਤੇ ਆਲੋਚਨਾ ਹੋਈ ਹੈ। ਉਹਦੇ ਜਿਹੜੇ ਸਮਕਾਲੀ ਸਾਹਿਤਕਾਰ ਸੀ ਉਹਨਾਂ ਨੇ ਆਲੋਚਨਾ ਕੀਤੀ ਹੈ, ਚੰਗਾ ਵੀ ਕਿਹਾ, ਮਾੜਾ ਵੀ ਕਿਹਾ। ਗੁਰਮੁਖ ਸਿੰਘ ਮੁਸਾਫਿਰ ਸਾਹਿਤਕਾਰ ਹੋਏ ਨੇ, ਪੰਜਾਬ ਦੇ ਮੁੱਖ ਮੰਤਰੀ ਹੋਏ ਨੇ। ਉਹਨਾਂ ਨੇ ਵਾਰਿਸ ਦੀ ਜਿਹੜੀ ਹੀਰ ਹੈ ਉਹਦੇ ਤੇ 4 ਸਤਰਾਂ ਲਿਖੀਆਂ ਸੀ। ਲਿਖਦੇ ਆ ਉਹ, ਮਿੱਠੀ ਬੋਲੀ ਦੇ ਵਾਰਸਾ ਸੱਚ ਆਖਾਂ, ਮਿੱਠੀ ਬੋਲੀ ਦੇ ਵਾਰਸਾ ਸੱਚ ਆਖਾਂ, ਮੰਨਾ ਮੈਂ ਪੰਜਾਬੀ ਦਾ ਪੀਰ, ਤੈਨੂੰ ਦਿੱਤੀ ਜਿੰਦ ਤੂੰ ਹੀਰ ਸਲੇਟੜੀ ਨੂੰ, ਦੇਗੀ ਸਦਾ ਲਈ ਜ਼ਿੰਦਗੀ ਹੀਰ ਤੈਨੂੰ। ਇਹ ਵੀ ਤਾਂ ਇੱਕ ਆਲੋਚਨਾ ਹੀ ਹੈ। ਉਹਨਾਂ ਦੀ ਤਾਰੀਫ ਕੀਤੀ ਹੈ ਉਹਨਾਂ ਨੇ ਉੱਥੇ। ਪਰ ਅਸੀਂ ਆਲੋਚਨਾ ਕਿਹਨੂੰ ਕਹਿੰਦੇ? ਜਿਹੜੀ ਵਿਗਿਆਨਕ ਪੱਧਰ ਤੇ ਹੋਵੇ, ਜਿਹੜੀ ਕਿਸੇ ਇੱਕ ਪਲੇਟਫਾਰਮ ਤੇ ਹੋਵੇ। ਜਿਵੇਂ ਤੁਹਾਡੀ ਆਲੋਚਨਾ ਜਿਵੇਂ ਸਿੰਪਲ ਹੈ, ਹੁਣ ਮੈਂ ਦੂਸਰੇ ਪਾਸੇ ਇੱਕ ਮੋਬਾਈਲ ਦੀ ਆਲੋਚਨਾ ਕਰਦਾ, ਮੈਂ ਵੈਸੇ ਮੋਬਾਈਲ ਦੇਖਿਆ, ਯਾਰ ਵਧੀਆ ਨਹੀਂ ਲੱਗਦਾ, ਠੀਕ ਨਹੀਂ ਹੈਗਾ, ਛੱਡੋ ਪਰੇ। ਇਹ ਵਿਗਿਆਨਕ ਆਲੋਚਨਾ ਨਹੀਂ ਹੈ, ਇਹ ਭਾਵਾਤਮਕ ਹੈ, ਇਹ ਜਜ਼ਬਾਤੀ ਹੈ, ਇਹ ਇਮੋਸ਼ਨਲ ਹੈ। ਜਿਵੇਂ ਜਜ਼ਬਾਤੀ ਹੋ ਕੇ ਅਸੀਂ ਕਿਸੇ ਨੂੰ ਕਹਿ ਦਿੰਦੇ ਹਾਂ ਇਹ ਤਾਂ ਬੰਦਾ ਹੀ ਠੀਕ ਨਹੀਂ, ਜਾਂ ਜਜ਼ਬਾਤੀ ਹੋ ਕੇ ਅਸੀਂ ਕਿਸੇ ਨੂੰ ਕਹਿ ਦਿੰਦੇ ਤੇਰੇ ਬਿਨਾਂ ਤਾਂ ਜ਼ਿੰਦਗੀ ਨਹੀਂ ਲੰਘਣੀ ਮੇਰੀ, ਇਹ ਜਜ਼ਬਾਤੀ ਹੈ।
ਤਰਕ ਆਧਾਰਿਤ ਕਦੋਂ ਹੈ? ਜਦੋਂ ਤੁਸੀਂ ਕੁਝ ਪੈਰਾਮੀਟਰ ਸਥਾਪਿਤ ਕੀਤੇ, ਮੈਨੂੰ ਇਦਾਂ ਦਾ ਮੋਬਾਈਲ ਚਾਹੀਦਾ, ਇੰਨੀ ਰੈਮ ਚਾਹੀਦੀ ਹੈ, ਇੰਨੇ ਪਿਕਸਲ ਕੈਮਰਾ ਚਾਹੀਦਾ, ਇੰਨੇ ਕੈਮਰੇ ਚਾਹੀਦੇ, ਇੰਨੇ ਬਜਟ ਚਾਹੀਦਾ, ਉਹ ਹੈ ਤਰਕ ਆਧਾਰਿਤ। ਇਸੇ ਤਰੀਕੇ ਦੇ ਨਾਲ ਸਾਹਿਤ ਦੇ ਵਿੱਚ ਵੀ ਪਹਿਲਾਂ ਕੁਝ ਪੈਰਾਮੀਟਰਸ, ਕੁਝ ਮਾਪਦੰਡ ਨਿਰਧਾਰਿਤ ਕੀਤੇ ਜਾਂਦੇ ਆ। ਉਹਨਾਂ ਮਾਪਦੰਡਾਂ ਦੇ ਆਧਾਰ ਤੇ ਫਿਰ ਕਿਸੇ ਕਵਿਤਾ ਨੂੰ, ਕਿਸੇ ਨਾਵਲ ਨੂੰ ਪਰਖਿਆ ਜਾਂਦਾ ਹੈ। ਉਸ ਆਲੋਚਨਾ ਨੂੰ ਅਸੀਂ ਕਹਿੰਦੇ ਹਾਂ ਵਿਗਿਆਨਕ ਆਲੋਚਨਾ। ਇਸ ਆਲੋਚਨਾ ਦਾ ਜਿਹੜਾ ਮੁੱਢ ਹੈ ਉਹ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਰੱਖਿਆ, ਜਿਹੜੀ ਉਹਨਾਂ ਦੀ ਸਭ ਤੋਂ ਪਹਿਲੀ ਕਿਤਾਬ ਸੀ ਇਹਦੇ ਤੇ, ਸਾਹਿਤ ਅਰਥ, ਜਿਹੜੀ ਕਿ ਤੁਹਾਡੇ ਸੈਕੰਡ ਪੇਪਰ ਦੇ ਵਿੱਚ ਹੈਗੀ ਹੈ। ਸਾਹਿਤ ਅਰਥ ਦਾ ਮਤਲਬ ਹੀ ਹੈ ਸਾਹਿਤ ਦਾ ਅਰਥ। ਇਹਦੇ ਨਾਲ ਨਾਲ ਫਿਰ ਸਾਡੇ ਕੋਲੇ ਹੋਰ ਵੀ ਆਲੋਚਕ ਆਉਂਦੇ ਆ, ਜਿਵੇਂ ਪ੍ਰੋਫੈਸਰ ਕਿਸ਼ਨ ਸਿੰਘ ਨੇ, ਨਜ਼ਮ ਹੁਸੈਨ ਸੈਯਦ ਨੇ, ਠੀਕ ਹੈ। ਇੱਥੇ ਸਾਡੇ ਕੋਲੇ ਡਾਕਟਰ ਹਰਭਜਨ ਸਿੰਘ ਨੇ, ਪ੍ਰੋਫੈਸਰ ਅਤਰ ਸਿੰਘ ਨੇ। ਸੋ ਇਹ ਸਾਡੇ ਕੋਲੇ ਆਲੋਚਕ ਨੇ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ। ਮੈਂ ਥੋੜੀ ਜਿਹੀ ਇੱਥੇ ਗੱਲ ਹੋਰ ਕਰਕੇ ਜਾਣੀ ਚਾਹਾਂਗਾ। ਪ੍ਰੋਫੈਸਰ ਹਰਭਜਨ ਸਿੰਘ ਨੇ ਜਿਹੜੇ, ਉਹ ਸਾਡੇ ਕੋਲੇ ਕਵੀ ਵਜੋਂ ਵੀ ਨੇ, ਉਹ ਸਾਡੇ ਕੋਲੇ ਪ੍ਰਗੀਤ ਦੇ ਵਿੱਚ ਵੀ ਆਉਂਦੇ ਆ, ਉਹ ਸਾਡੇ ਕੋਲੇ ਆਲੋਚਕ ਦੇ ਵਜੋਂ ਵੀ ਨੇ। ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਪ੍ਰੋਫੈਸਰ ਹਰਭਜਨ ਸਿੰਘ ਨੇ ਰਚੀਆਂ ਨੇ। ਦਿੱਲੀ ਯੂਨੀਵਰਸਿਟੀ ਦੇ ਵਿੱਚ ਉਹ ਪੰਜਾਬੀ ਫੈਕਲਟੀ ਦੇ ਵਿੱਚ ਪ੍ਰੋਫੈਸਰ ਰਹੇ ਨੇ। ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ, ਔਰ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ 'ਚੋਂ ਅਸੀਂ ਵਾਰੀ-ਵਾਰੀ ਜਿਹੜਾ ਹੈਗਾ ਸੰਕੇਤ ਲੈਂਦੇ ਆ। ਸਾਡਾ ਜਿਹੜਾ ਆਪਣਾ ਸਟੱਡੀ ਮਟੀਰੀਅਲ ਉਹਦੇ ਵਿੱਚ ਵੀ ਪ੍ਰੋਫੈਸਰ ਹਰਭਜਨ ਸਿੰਘ ਦੀਆਂ ਕਿਤਾਬਾਂ ਦੇ ਵਿੱਚੋਂ ਬਹੁਤ ਕੁਝ ਅਸੀਂ ਲਿਆ ਹੋਇਆ। ਅਕਸਰ ਇਹ ਚੀਜ਼ ਵੀ ਹੁੰਦੀ ਕਿ ਪੇਪਰ ਦੇ ਵਿੱਚ ਕਈ ਵਾਰੀ ਕੋਟ ਅਨਕੋਟ ਜਿਹੜੇ ਕੁਐਸਚਨਸ ਆ ਜਾਂਦੇ ਆ, ਉਹ ਪ੍ਰੋਫੈਸਰ ਹਰਭਜਨ ਸਿੰਘ ਦੀਆਂ ਕਿਤਾਬਾਂ ਦੇ ਵਿੱਚੋਂ ਅਕਸਰ ਆ ਜਾਂਦੇ ਆ। ਇੱਕ ਚੀਜ਼ ਹੋਰ ਧਿਆਨ 'ਚ ਰੱਖਣੀ ਆ, ਸਾਡੇ ਸਿਲੇਬਸ ਦੇ ਵਿੱਚ ਸਿਰਫ ਪ੍ਰੋਫੈਸਰ ਹਰਭਜਨ ਸਿੰਘ ਨੇ, ਪਰ ਜਦੋਂ ਆਪਣਾ ਸਟੱਡੀ ਮਟੀਰੀਅਲ ਤੁਸੀਂ ਪੜ੍ਹੋਗੇ ਤਾਂ ਕਈ ਵਾਰੀ ਪ੍ਰੋਫੈਸਰ ਹਰਭਜਨ ਸਿੰਘ ਭਾਟੀਆ ਦਾ ਜ਼ਿਕਰ ਵੀ ਹੁੰਦਾ। ਇਹ ਦੋ ਵੱਖਰੇ ਵੱਖਰੇ ਵਿਅਕਤੀ ਨੇ। ਸੋ ਵਾਪਸ ਅਸੀਂ ਆਉਣੇ ਆ ਕਿ ਜਿਹੜੇ ਸਾਹਿਤਕ ਆਲੋਚਨਾ, ਇਹ ਸਾਡੇ ਸਾਹਿਤ ਦਾ ਇੱਕ ਵੱਖਰਾ ਪੜਾਅ, ਬਹੁਤ ਦਿਲਚਸਪ ਟੌਪਿਕ ਹੈ ਵੀ। ਤੁਹਾਨੂੰ ਪੜ੍ਹਨ ਦੇ ਵਿੱਚ ਬੜੀ ਦਿਲਚਸਪੀ ਪੈਦਾ ਹੁੰਦੀ ਹੈ। ਇੱਥੇ ਇਹਦੀ ਅਸੀਂ ਯਾਤਰਾ ਵੀ ਪੜ੍ਹਦੇ ਹਾਂ ਕਿ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਤੋਂ ਲੈ ਕੇ ਪ੍ਰੋਫੈਸਰ ਹਰਭਜਨ ਸਿੰਘ ਜਾਂ ਨਜ਼ਮ ਹੁਸੈਨ ਸੈਯਦ ਤੱਕ ਸਾਡੀ ਜਿਹੜੀ ਇਹ ਸਾਹਿਤਕ ਆਲੋਚਨਾ ਕਿਸ ਤਰ੍ਹਾਂ ਦੀ ਹੈਗੀ ਹੈ। ਸੋ ਆਲ ਦੀ ਵੈਰੀ ਬੈਸਟ। ਥੈਂਕ ਯੂ ਸੋ ਮਚ।